ਤੁਹਾਡੇ ਨਾਲ ਅਸੀਂ ਕੁਝ ਜਿਹੜੇ ਪਟਿਆਲਾ ਵਿੱਚ ਪਿਛਲੇ ਦਿਨਾਂ 'ਚ ਜੋ ਕਲੈਸ਼ਸ ਹੋਏ, ਅਨਟੋਵਰਡ ਇਨਸੀਡੈਂਟਸ ਹੋਏ, ਦੁਖਦਾਈ ਘਟਨਾਵਾਂ ਵਾਪਰੀਆਂ, ਉਸ ਨੂੰ ਲੈ ਕੇ ਅਸੀਂ ਗੱਲਾਂ ਕਰਨੀਆਂ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਮੁੱਦੇ ਤੇ ਆਵਾਂ, ਮੈਂ ਥੋੜਾ ਇੰਟਰੋਡਿਊਸ ਕਰਨਾ ਚਾਹੁੰਦਾ ਕਿ ਮੇਰੇ ਇਮੀਡੀਏਟਲੀ ਨਾਲ ਬੈਠੇ ਨੇ ਭੈਣ ਜੀ ਰਮਨਦੀਪ ਕੌਰ, ਜਿਹੜੇ ਬਲਜਿੰਦਰ ਸਿੰਘ ਪਰਵਾਨਾ ਦੇ ਮਿਸਿਸ ਨੇ, ਜਿਨ੍ਹਾਂ ਨੂੰ ਮਾਸਟਰਮਾਈਂਡ ਕਿਹਾ ਗਿਆ ਉਸ ਪਟਿਆਲਾ ਦੇ ਕਲੈਸ਼। ਮੇਰੇ ਇਮੀਡੀਏਟਲੀ ਲੈਫਟ ਤੇ ਬੈਠੇ ਨੇ ਸੁਖਦੇਵ ਸਿੰਘ ਜੀ ਫਗਵਾੜਾ ਤੋਂ, ਜਿਹੜੇ ਅਲਾਇੰਸ ਆਫ ਸਿੱਖਸ ਦੇ ਆਰਗੇਨਾਈਜੇਸ਼ਨ ਜਥੇਬੰਦੀ ਦੇ ਹੈਡ ਨੇ। ਔਰ ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਪਟਿਆਲਾ ਦੇ ਵਿਵਾਦਾਂ ਨੂੰ ਲੈ ਕੇ, ਉਹਦੇ ਚੋਂ 2 ਮੈਂਬਰਸ ਪਰਮਪਾਲ ਸਿੰਘ ਸਭਰਾ ਅਤੇ ਗੁਰਨਾਮ ਸਿੰਘ ਪੂਰਾ ਨਾਮ ਲਿਖਣਾ, ਇਹ ਵੀ ਸਾਡੇ ਦਰਮਿਆਨ ਆ। ਤੇ ਹਰਪਾਲ ਸਿੰਘ ਜੀ ਚੱਡਾ, ਜਿਹੜੇ ਸਿੱਖ ਤਾਲਮੇਲ ਕਮੇਟੀ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ, ਉਹਦੇ ਨੁਮਾਇੰਦੇ ਉਹ ਨੇ। ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਜੀ ਚੱਡਾ ਸਾਹਿਬ। ਸੋ ਇਹ ਤਾਂ ਅੱਜ ਸਾਡੇ ਨਾਲ ਇੰਨੇ ਸ਼ੋਸ਼ੋਭਤ ਨੇ। ਸਭ ਤੋਂ ਪਹਿਲਾਂ ਤਾਂ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ, ਚਾਹੇ ਉਹ ਪਟਿਆਲਾ ਦੇ ਕਲੈਸ਼ਸ ਹੋਏ, ਉਹਨੂੰ ਕੁਝ ਪਾਰਟੀਆਂ ਦੇ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਕੁਝ ਉਹਨੂੰ ਧਰਮਾਂ ਦੀ ਰੰਗਤ ਦੇਣ ਦੀ ਕਰ ਰਹੇ ਨੇ, ਜੋ ਕੁਝ ਲਾਅ ਐਂਡ ਆਰਡਰ ਉੱਤੇ ਟੁੱਟਿਆ, ਉਸ ਨੂੰ ਅਸੀਂ ਸਾਰੇ ਕੰਡੈਮ ਕਰਦੇ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਕੇ ਜਿਹੜੀ ਆ ਪੀਸ ਤੇ ਸ਼ਾਂਤੀ ਬਹਾਲ ਰਹਿਣੀ ਚਾਹੀਦੀ ਹੈ। ਜਿਹੜਾ ਮੋਹਾਲੀ ਦੇ ਵਿੱਚ ਵੀ ਜਿਹੜਾ ਬਲਾਸਟ ਹੋਇਆ, ਉਸ ਨੂੰ ਵੀ ਕੰਡੈਮ ਕਰਦੇ ਹਾਂ। ਔਰ ਜਿਹੜੇ ਅਸਲ ਗੁਨਾਹਗਾਰ ਨੇ, ਜਿਹੜੇ ਕਲਪ੍ਰਿਟਸ ਨੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਪਰ ਪੰਜਾਬ ਦੇ ਵਿੱਚ ਹਮੇਸ਼ਾ ਇੱਕ ਹਊਆ ਕ੍ਰੀਏਟ ਕੀਤਾ ਜਾਂਦਾ, ਜਦ ਵੀ ਕੋਈ ਇਹੋ ਜਿਹੀ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤਾਂ ਇਮੀਡੀਏਟਲੀ ਖਾਲਿਸਤਾਨ ਦੇ ਮੋਡਿਊਲ ਕਹਿ ਕੇ, ਇੱਕ ਸਾਜ਼ਿਸ਼ ਦਾ ਨਾਮ ਲੈ ਕੇ, ਅਮੂਮਨ ਉਹ ਸਾਜ਼ਿਸ਼ ਹੁੰਦੀ ਹੈ ਕ੍ਰਾਸ ਦਾ ਬਾਰਡਰ, ਤੇ ਟਾਰਗੇਟ ਤੇ ਨਿਸ਼ਾਨੇ ਤੇ ਹਮੇਸ਼ਾ ਨੌਜਵਾਨਾਂ ਨੂੰ ਲਿਆਂਦਾ ਜਾਂਦਾ। ਔਰ ਇਹੀ ਗੱਲ ਹੁਣ ਵਿਟਨੈਸ ਹੋ ਰਹੀ ਹੈ। ਜਿਹੜੇ ਬਲਜਿੰਦਰ ਸਿੰਘ ਪਰਵਾਨਾ ਨੇ, ਜਿਨ੍ਹਾਂ ਨੂੰ ਮਾਸਟਰਮਾਈਂਡ ਕਿਹਾ ਗਿਆ, ਪਹਿਲੀ ਗੱਲ ਤਾਂ ਇਹ ਹੈ ਕਿ ਪਟਿਆਲਾ ਦੇ ਉਸ ਵਕਤ ਜਦੋਂ ਕਲੈਸ਼ ਹੋ ਰਹੀ ਆ, ਉਹ ਉੱਥੇ ਉਸ ਕਲੈਸ਼ ਵਿੱਚ ਕਿਤੇ ਹਾਜ਼ਰ ਨਹੀਂ ਸੀ। ਔਰ ਉਹ ਜਿਹੜਾ ਉਹਦਾ ਲਗਾਤਾਰ ਉਸ ਵੇਲੇ ਐਡਮਿਨਿਸਟ੍ਰੇਸ਼ਨ ਨਾਲ, ਕਿਉਂਕਿ ਐਡਮਿਨਿਸਟ੍ਰੇਸ਼ਨ ਮੁਦਾਖਲਤ ਕਰ ਰਹੀ ਸੀ, ਐਡਮਿਨਿਸਟ੍ਰੇਸ਼ਨ ਨਾਲ ਉਹਨਾਂ ਦਾ ਤਾਲਮੇਲ ਸੀਗਾ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹਦੂਦ ਵਿੱਚ ਰਵਾਂਗੇ, ਅਸੀਂ ਬਾਹਰ ਨਹੀਂ ਆਵਾਂਗੇ। ਅਨਫੋਰਚੂਨੇਟਲੀ ਅਸਲ ਵਿੱਚ ਕੀ ਪਟਿਆਲਾ ਜਿਹੜਾ ਇਨਸੀਡੈਂਟ ਹੋਇਆ, ਉਹ ਹੈਗੀ ਤਾਂ ਇੰਟੈਲੀਜੈਂਸ ਫੇਲਿਅਰ ਹੈ। ਜਦ ਇੱਕ ਜਥੇਬੰਦੀ ਨੇ, ਸ਼ਾਇਦ ਉਹ ਹਰੀਸ਼ ਸਿੰਗਲੇ ਨੇ, ਇੱਕ ਪੋਸਟਰ ਅਪਲੋਡ ਕਰਤਾ ਸੀ, ਉਹਦੇ ਵਿੱਚ ਕਹਿਤਾ ਸੀਗਾ ਕਿ ਫਲਾਣੇ ਦਿਨ ਨੂੰ ਅਸੀਂ ਖਾਲਿਸਤਾਨ ਵਿਰੋਧੀ ਮਾਰਚ ਕੱਢਾਂਗੇ। ਹਾਲਾਂਕਿ ਉੱਥੇ ਕੋਈ ਮਾਰਚ ਕਰਨ ਦਾ ਜਾ ਹੀ ਨਹੀਂ ਰਿਹਾ ਸੀਗਾ, ਤਾਂ ਉਹਨਾਂ ਨੇ ਕਹਿਤਾ ਜੀ ਖਾਲਿਸਤਾਨੀ ਵਿਰੋਧੀ ਮਾਰਚ ਕੱਢਾਂਗੇ। ਉਹਦੇ ਨਾਲ ਉਹਨਾਂ ਨੇ ਸਿਚੁਏਸ਼ਨ ਨੂੰ ਜਾਣਬੁੱਝ ਕੇ ਐਗਰੀਵੇਟ ਕਰਤਾ। ਤੇ ਇੰਟੈਲੀਜੈਂਸ ਫੇਲਿਅਰ ਜਾਂ ਪੁਲਿਸ ਦਾ ਫੇਲਿਅਰ ਇਹ ਸੀਗਾ ਕਿ ਉਹਨਾਂ ਨੂੰ ਉਹ ਤੋਂ ਪਹਿਲਾਂ ਹੀ ਪ੍ਰੀਵੈਂਟਿਵ ਐਕਸ਼ਨ ਲੈ ਲੈਣਾ ਚਾਹੀਦਾ ਸੀ, ਨੌਬਤ ਹੀ ਨਹੀਂ ਸੀ ਆਉਣੀ ਚਾਹੀਦੀ। ਤੇ ਜਦੋਂ ਉਹਨੇ ਪੋਸਟਰ ਅਪਲੋਡ ਕਰ ਦਿੱਤਾ, ਅਫਕੋਰਸ ਤੁਹਾਨੂੰ ਪਤਾ, ਫਿਰ ਵੱਖ-ਵੱਖ ਜਥੇਬੰਦੀਆਂ ਨੇ, ਡਿਫਰੈਂਟ ਕੁਆਰਟਰਸ ਆਫ ਪੰਜਾਬ, ਡਿਫਰੈਂਟ ਕਾਰਨਰਸ ਆਫ ਪੰਜਾਬ, ਉਹ ਆਪਸ ਵਿੱਚ ਉੱਥੇ ਪਹੁੰਚ ਗਏ। ਔਰ ਜੋ ਕੁਝ ਉੱਥੇ ਹੋਇਆ ਉਹ ਸਪੌਂਟੇਨੀਅਸ ਸੀਗਾ। ਮੈਂ ਵਿਸ਼ੇਸ਼ ਤੌਰ ਤੇ ਬਲਜਿੰਦਰ ਸਿੰਘ ਪਰਵਾਨਾ ਦੇ ਮੁਤਲਕ ਕਹਿਣਾ ਚਾਹੁੰਦਾ, ਇੱਕ ਤਾਂ ਉਹਦੀ ਉੱਥੇ ਇੰਪਲੀਕੇਸ਼ਨ ਜਿਹੜੀ ਆ ਉਹ ਵੀ ਮਾਸਟਰਮਾਈਂਡ ਦੀ। ਅਸੀਂ ਚਾਹੁੰਦੇ ਹਾਂ ਕਿ ਉਹਦਾ ਇੰਡੀਪੈਂਡੈਂਟ ਪ੍ਰੋਬ ਹੋਵੇ, ਕੋਈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਕੌਣ ਹੈ ਮਾਸਟਰਮਾਈਂਡ ਉਸ ਚੀਜ਼ ਦਾ। ਇਹਨਾਂ ਨੇ ਅਲਾਉ ਕੀਤੇ ਸਰਕਮਸਟੈਂਸਸ ਇਸ ਲੈਵਲ ਤੱਕ ਜਾਣਦੇ ਕਿ ਉੱਥੇ ਕਲੈਸ਼ਸ ਹੋਈਆਂ, ਗੋਲੀ ਵੀ ਚੱਲੀ ਆ, ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੋਈ ਆ। ਔਰ ਉਸੇ ਸਿਲਸਿਲੇ ਵਿੱਚ ਇੱਕ ਨੌਜਵਾਨ ਸਮਾਣੇ ਤੋਂ ਜਿਹੜਾ ਗ੍ਰਿਫਤਾਰ ਕੀਤਾ, ਜਗਜੀਤ ਸਿੰਘ, ਹੀ ਹੈਜ਼ ਬੀਨ ਬਰੂਟਲੀ ਟਾਰਚਰਡ, 3rd ਡਿਗਰੀ ਟਾਰਚਰ ਕਰਕੇ, ਔਰ ਰਜਿੰਦਰਾ ਹਸਪੀਟਲ ਵਿੱਚ ਇਸ ਵਕਤ ਜ਼ੇਰੇ ਇਲਾਜ ਆ। ਸੋ ਇਸ ਕਰਕੇ ਇੱਕ ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੋਇਆ ਉਹ ਮੰਦਭਾਗਾ ਸੀਗਾ ਹੀ ਸੀਗਾ, ਕਿਉਂਕਿ ਠੀਕ ਆ, ਸੋਸ਼ਲ ਮੀਡੀਆ ਦੇ ਅੱਜ ਲੋਕ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਕੁਝ ਪ੍ਰੋਵੋਕੇਟਿਵ ਗੱਲਾਂ ਵੀ ਕਰ ਸਕਦੇ ਨੇ, ਲੇਕਿਨ ਇੱਕ ਸਾਰੇ ਵਾਰਦਾਤ ਦਾ ਇੱਕ ਆਦਮੀ ਨੂੰ ਨਾਮਜ਼ਦ ਕਰ ਦੇਣਾ, ਦਿਸ ਇਜ਼ ਅਨਕਾਲਡ ਫॉर, ਇਟ ਇਜ਼ ਅਨਫੋਰਚੂਨੇਟ। ਇਹਦੇ ਨਾਲ ਕਮਿਊਨਲ ਡਿਵਾਈਡ ਵੱਧਦੀ ਹੈ, ਘਟਦੀ ਨਹੀਂ। ਤੇ ਦੂਸਰਾ ਕਿ ਉਸ ਤੋਂ ਬਾਅਦ ਜਦੋਂ ਮੋਹਾਲੀ ਦਾ ਬਲਾਸਟ ਹੋਇਆ ਜਾਂ ਪਟਿਆਲੇ ਵਾਲੇ ਜਿਹੜਾ ਸਿਚੁਏਸ਼ਨ ਹੋਈ, ਇੱਕਦਮ ਸਡਨ ਦੇਰ ਇਜ਼ ਅ ਵੇਵ ਆਫ ਅਰੈਸਟਿੰਗ ਲੋਟ ਆਫ ਸਿੱਖ ਯੂਥ ਅਕ੍ਰੋਸ ਦ ਸਟੇਟ ਆਫ ਪੰਜਾਬ। ਕਰਨਾਲ ਦੇ ਨਾਲ ਕਨੈਕਟਡ ਇੱਕ ਨੌਜਵਾਨ ਜਸ਼ਨਦੀਪ ਨੂੰ ਚੱਕਿਆ ਗਿਆ, ਫਿਰੋਜ਼ਪੁਰ ਪੁਲਿਸ ਨੇ ਚੱਕਿਆ। ਉਹ 12ਵੀਂ ਜਮਾਤ ਦਾ ਨੌਜਵਾਨ ਆ। ਕਰਨਾਲ ਦੇ ਕਿਸੇ ਇੱਕ ਵਿਅਕਤੀ ਦੇ ਨਾਲ ਉਹਦੇ ਤੁਲਕਾਤ ਜਾਂ ਰਿਸ਼ਤੇਦਾਰੀ ਉਹ ਤਾਂ ਡਿਨਾਈ ਨਹੀਂ ਕਰ ਸਕਦਾ। ਛੋਟਾ ਮੋਟਾ ਮੰਨ ਲਿਆ ਕੋਈ ਉਹਦਾ ਕੋਈ ਤਾਲਮੇਲ ਵੀ ਹੋਊਗਾ, ਕੋਈ ਫੋਨ ਰਿਕਾਰਡ, ਕਾਲ ਰਿਕਾਰਡ ਹੋ ਸਕਦਾ ਵਾ। ਪਰ ਤੁਸੀਂ ਜੇ 12ਵੀਂ ਜਮਾਤ ਦੇ ਬੱਚਿਆਂ ਨੂੰ ਹਾਰਡਕੋਰ ਕ੍ਰਿਮੀਨਲ ਬਣਾਉਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਇੱਕ ਸਮਾਜ ਵਿੱਚ ਵਿਚਰਨ ਦਾ ਮੌਕਾ, ਮੇਨਸਟ੍ਰੀਮ ਵਿੱਚ ਰਹਿਣ ਦਾ ਮੌਕਾ ਦੇਣਾ ਚਾਹੁੰਦੇ ਹੋ,
मैं SSP ਜਿਹੜੇ ਉਸ ਵੇਲੇ ਚਰਨਜੀਤ ਸਿੰਘ ਅੱਜ ਵੀ ਨੇ ਉੱਥੇ, ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਪੇਰੈਂਟਸ ਨੇ ਮੈਨੂੰ ਅਪਰੋਚ ਕੀਤਾ। ਉਹ ਜਿਹੜਾ ਜਸ਼ਨਦੀਪ ਹੈ ਇਹਦਾ ਪਿਓ ਫਰੀਦਕੋਟ ਹਸਪੀਟਲ ਵਿੱਚ ਦਰਜਾ 4 ਦਾ ਮੁਲਾਜ਼ਮ ਹੈ, ਕਲਾਸ 4, ਅੱਤ ਦੇ ਗਰੀਬ। ਔਰ ਜਿਹੜਾ ਜਸ਼ਨਦੀਪ ਹੈ ਉਹ ਸਿਰੋਂ ਮੋਨਾ ਵਾ। by no means he appears to be a ਖਾਲਿਸਤਾਨੀ element or a ਖਾਲਿਸਤਾਨੀ ਮੋਡਿਊਲ। ਪਰ ਇੱਕ 12ਵੀਂ ਜਮਾਤ ਦੇ ਬੱਚੇ ਨੂੰ ਪੇਪਰ ਨਹੀਂ ਦੇਣ ਦਿੱਤੇ ਕਿ ਉਹਨੂੰ ਅਰੈਸਟ ਕਰਕੇ ਤੇ ਉੱਥੇ ਫਿਰੋਜ਼ਪੁਰ ਪੁਲਿਸ ਨੇ ਰੱਖਿਆ ਹੋਇਆ। ਸੋ ਇੱਕ ਤਾਂ ਇਹ ਇੰਡੀਕੇਟ ਕਰਦਾ ਵਾ ਕਿ the state of Punjab is actively vindictively against our youth, which should stop immediately। ਦੂਸਰਾ ਕਿ ਜਿਹੜਾ ਬਲਜਿੰਦਰ ਸਿੰਘ ਪਰਵਾਨਾ ਦੇ ਮੈਂ ਮੁੜ ਕੇ ਆਉਣਾ 8 ਮਹੀਨੇ ਬਾਅਦ, ਮਾਰਕ ਮਾਈ ਵਰਡਸ, 8 ਮਹੀਨੇ ਬਾਅਦ, ਅੱਜ ਤੋਂ ਚੰਦ ਦਿਨ ਪਹਿਲਾਂ ਕਪੂਰਥਲਾ ਪੁਲਿਸ ਨੇ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਰੋਪੜ ਜੇਲ੍ਹ ਚੋਂ ਲਿਆ ਕੇ ਕਪੂਰਥਲੇ ਤੇ ਜਿਹੜਾ ਉਹ ਬੇਅਦਬੀ ਹੋਈ ਸੀ ਨਾ ਜਾਂ ਵਾਟਐਵਰ ਇਨਸੀਡੈਂਟ ਹੋਇਆ ਸੀਗਾ ਨਿਜ਼ਾਮਪੁਰ ਹਲਕਾ ਭਲੱਥ ਵਿੱਚ, ਮੈਂ MLA ਸੀਗਾ ਉੱਥੇ। ਆਈ ਡਿਡ ਨਾਟ ਵਿਜ਼ਿਟ ਦ ਸਪੌਟ ਕਿਉਂਕਿ ਮੈਨੂੰ ਲੱਗਿਆ ਕਿ ਇਹਦੇ 'ਚ ਕੁਝ ਠੀਕ ਨਹੀਂ ਹੋ ਰਿਹਾ। ਤੇ ਉਸ ਕਤਲ ਦੇ ਮੁਕੱਦਮੇ ਦੇ ਵਿੱਚ ਬਲਜਿੰਦਰ ਸਿੰਘ ਪਰਵਾਨਾ ਨੂੰ ਦੁਬਾਰਾ 8 ਮਹੀਨੇ ਬਾਅਦ ਨਾਮਜ਼ਦ ਕਰ ਦਿੱਤਾ। ਇਹ ਕਿਉਂ ਕੀਤਾ ਜੀ? 8 ਮਹੀਨੇ ਪੰਜਾਬ ਦੀ ਪੁਲਿਸ ਤੇ ਲੋਕ, ਪੁਲਿਸ ਸੁੱਤੀ ਕਿਉਂ ਰਹੀ ਆ? ਉਹਨਾਂ ਨੇ ਉਦੋਂ ਕਿਉਂ ਨਹੀਂ ਐਕਸ਼ਨ ਲਿਆ? Is that an afterthought? Is that an attempt to browbeat the Sikh youth? ਉਹਨਾਂ ਨੂੰ ਇੰਟੀਮੀਡੇਟ ਕਰਨਾ ਵਾ, ਧਮਕਾਉਣਾ ਵਾ ਕਿ ਜਿੱਦਾਂ ਬਲਜਿੰਦਰ ਨੂੰ ਅਸੀਂ ਪਹਿਲਾਂ ਉੱਥੇ ਨਾਮਜ਼ਦ ਕੀਤਾ, ਮੁੜ ਕੇ ਇੱਕ ਪਰਚੇ ਚੱਕ ਕੇ ਕਤਲ ਜੰਦਰ ਕਰ ਦਿੱਤਾ। ਇਹ ਕੀ ਕਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚਲਾ ਰਹੀ ਹੈ? ਮੇਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਆ ਕਿ ਇਸ ਤਰ੍ਹਾਂ ਨਾ ਕਰੋ। ਇਸ ਤਰ੍ਹਾਂ ਨਾਲ ਪੰਜਾਬ ਦਾ ਮਾਹੌਲ ਹੋਰ ਵਿਗੜੇਗਾ। ਤੁਸੀਂ ਹੋਮ ਮਿਨਿਸਟਰ ਹੋ, ਆਪ ਇੰਡਲਜ ਕਰੋ। ਜਿਹੜੇ ਵੀ ਕੇਸਿਸ ਵਿੱਚ ਕੋਈ ਇੰਪੋਰਟੈਂਟ ਕੇਸਿਸ ਵਿੱਚ ਅਰੈਸਟਾਂ ਪਾਈਆਂ ਜਾ ਰਹੀਆਂ ਨੇ, ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਵਾ, ਤੁਸੀਂ ਬਤੌਰ ਹੋਮ ਮਿਨਿਸਟਰ ਆਪਣਾ ਮਾਈਂਡ ਅਪਲਾਈ ਕਰੋ ਕਿ ਕੀ ਇਹ ਕਰੈਕਟ ਹੈ? ਕਿਉਂਕਿ ਪੰਜਾਬ ਦੇ ਵਿੱਚ ਬਹੁਤ ਅਰਸੇ ਤੋਂ ਜਿਹੜੀਆਂ ਏਜੰਸੀਆਂ ਇਸ ਮਾਹੌਲ ਨੂੰ ਖਰਾਬ ਕਰਨ ਵਿੱਚ ਇਹਦੇ ਬੜੇ ਗੁੰਝਲਦਾਰ ਇਹਦੇ ਜੜ੍ਹਾਂ ਨੇ। ਪੰਜਾਬ ਦੇ ਸਾਰੇ ਤੁਸੀਂ ਲੋਕ ਅੱਛੀ ਤਰ੍ਹਾਂ ਜਾਣਦੇ ਹੋ, ਸਾਡੀ ਭਾਈਚਾਰਕ ਸਾਂਝ ਕਦੀ ਇਦਾਂ ਖਰਾਬ ਨਹੀਂ ਹੋਈ ਕਿ ਕਿਸੇ ਨੇ ਪੋਸਟਰ ਅਪਲੋਡ ਕਰਤਾ ਤੇ ਉੱਤੇ ਕੋਈ ਸਾਡੀ ਭਾਈਚਾਰਕ ਸਾਂਝ ਖਰਾਬ ਹੋ ਗਈ। ਪੰਜਾਬ ਹੈਜ਼ ਆਲਰੇਡੀ ਬੋਰ ਦ ਬਰੰਟ ਆਫ ਵੈਰੀ ਲੌਂਗ ਸਟਰਗਲ ਆਫ a very bad situation during the 80s and 90s। ਇਸ ਕਰਕੇ ਜਿਹੜਾ ਇਹ ਰਿਪੀਟਡਲੀ ਪਿਛਲੀਆਂ ਸਰਕਾਰਾਂ ਵੇਲੇ ਵੀ ਜਿਹੜਾ, ਕਿਉਂਕਿ ਪੰਜਾਬ ਬਾਰਡਰ ਸਟੇਟ ਆ, ਇਹਦੇ ਵਿੱਚ ਕਈ ਵਾਰ ਡਰੋਨਸ ਦਾ ਵੇਰਵਾ ਦੇ ਕੇ, ਹਥਿਆਰਾਂ ਦਾ ਵੇਰਵਾ ਦੇ ਕੇ, ਕਿਉਂਕਿ ਆਮ ਬੰਦਿਆਂ ਦੇ ਕੋਲ ਤਾਂ ਐਕਸੈਸ ਹੈ ਹੀ ਨਹੀਂ ਕਿ ਕੋਈ ਜਿਹੜੀਆਂ ਇੰਟੈਲੀਜੈਂਸ ਰਿਪੋਰਟਸ ਕੋਟ ਕਰਦੇ ਪਤਾ ਨਹੀਂ ਸੱਚੀਆਂ ਵਾ, ਠੀਕ ਆ, ਝੂਠੀਆਂ ਵਾ। ਬਹੁਤ ਰੈਂਡਮਲੀ ਯੂਆਪਾ ਦਾ ਦੁਰਉਪਯੋਗ ਹੋਇਆ ਪਿਛਲੇ 10 ਸਾਲਾਂ ਦੇ ਵਿੱਚ। ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵਿੱਚ 50 ਤੋਂ ਉੱਤੇ ਨੌਜਵਾਨ ਯੂਆਪਾ ਦੇ ਕਾਲੇ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤੇ ਗਏ, ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਵਾ। ਠੀਕ ਹੈ, ਤੁਸੀਂ ਕਹਿ ਸਕਦੇ ਹੋ, ਪਰ ਆਪਣੇ ਰਾਜ ਵਿੱਚ ਤੁਸੀਂ 10 ਸਾਲ ਇੰਨੇ ਲੋਕਾਂ ਨੂੰ ਵਿਕਟਮਾਈਜ਼ ਕੀਤਾ। ਸਰਬੱਤ ਖਾਲਸਾ ਦੇ ਆਰਗੇਨਾਈਜ਼ਰਸ, ਉਹਨਾਂ ਤੇ ਪਰਚੇ ਦਰਜ ਕਰਕੇ ਸਾਰੇ ਚੱਕ ਕੇ ਅੰਦਰ ਜੇਲ੍ਹਾਂ ਵਿੱਚ ਸੁੱਟ ਦਿੱਤੇ। ਸੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਪਰ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ 'ਚ ਯੂਆਪਾ ਦਾ ਦੁਰਉਪਯੋਗ ਬਹੁਤ ਹੋਇਆ। ਪਿਛਲੀ ਕਾਂਗਰਸ ਸਰਕਾਰ ਵਿੱਚ ਵੀ ਮੈਂ ਅੱਛੀ ਤਰ੍ਹਾਂ, ਮੈਨੂੰ ਯਾਦ ਆ, ਸਮਾਣਾ ਪੁਲਿਸ ਸਟੇਸ਼ਨ ਸਦਰ, ਉਹਦੀ FIR ਨੰਬਰ ਸ਼ਾਇਦ ਮੈਨੂੰ ਹੁਣ ਭੁੱਲ ਰਹੀ, 141 ਜਾਂ ਇਕੱਲੀ 41, ਉਹਦੇ 'ਚ 5 ਨੌਜਵਾਨਾਂ ਨੂੰ ਯੂਆਪਾ 'ਚ ਉੱਥੋਂ ਦੀ ਸਦਰ ਪੁਲਿਸ ਸਟੇਸ਼ਨ ਨੇ ਇੱਕ ਨਾਕੇ ਤੇ ਗ੍ਰਿਫਤਾਰ ਕੀਤਾ ਦਿਖਾਇਆ, ਸਿਰਫ ਨਾਕੇ ਤੇ। ਜਦ ਕਿ ਅਸਲੀਅਤ ਇਹ ਸੀ, ਜਦੋਂ ਮੈਨੂੰ ਕਾਲ ਆਈ, ਕਿਉਂਕਿ ਮੇਰੀ ਕਨਸਟੀਟੂਐਂਸੀ 'ਚ ਇੱਕ ਜੋਗਿੰਦਰ ਸਿੰਘ ਗੁੱਜਰ ਨਾਮੀ ਵਿਅਕਤੀ ਨੂੰ ਯੂਆਪਾ 'ਚ ਗ੍ਰਿਫਤਾਰ ਕੀਤਾ ਗਿਆ ਸੀਗਾ, ਔਰ ਉਹਦੇ ਤੇ ਸਵਾਈ ਲਿਟਰੇਚਰ ਤੋਂ, ਸਵਾਈ ਫੋਟੋਆਂ ਤੋਂ ਉਹਦੇ ਖਿਲਾਫ ਕੋਈ ਇਲਜ਼ਾਮ ਨਹੀਂ ਸੀਗਾ, ਸਿਰਫ ਫੋਟੋਆਂ ਦੇ ਆਧਾਰ ਤੇ ਹੀ ਕਮ ਫਰਮ ਇਟਲੀ, ਤੇ ਉਹਨੂੰ ਆਣ ਕੇ ਗ੍ਰਿਫਤਾਰ ਕਰਕੇ ਯੂਆਪਾ ਚੱਕਤਾ। ਬਟ ਐਨੀਵੇਜ਼ ਉਸ ਵਕਤ ਦੇ SSP ਸਤਿੰਦਰ ਸਿੰਘ ਵਾਸ ਫੇਅਰ ਇਨਫ ਕਿ ਉਹਨਾਂ ਨੇ ਇਨਕੁਆਇਰੀ ਕਰਕੇ ਤੇ ਉਹ ਜਿਹੜਾ ਯੂਆਪਾ ਦਾ ਕੇਸ ਸੀਗਾ ਉਹਦੇ ਚੋਂ ਉਸ ਨੂੰ ਰਾਹਤ ਮਿਲੀ ਹੈ। ਜਦੋਂ ਮੈਨੂੰ ਉੱਥੇ ਲੱਗਿਆ ਪਤਾ ਕਿ ਇਦਾਂ ਬਾਹਰੋਂ ਆਏ ਵਿਅਕਤੀ ਨੂੰ ਸਿਰਫ ਫੋਟੋਆਂ ਤੇ ਲਿਟਰੇਚਰ ਦੇ ਆਧਾਰ ਤੇ ਯੂਆਪਾ ਦਾ ਕਾਨੂੰਨ ਲਾਤਾ, ਦੈਨ ਮੈਨੂੰ ਪਟਿਆਲੇ ਵਾਲੀ FIR, ਮੈਂ ਤੇ ਡਾਕਟਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ, ਅਸੀਂ ਮੌਕੇ ਤੇ ਸਪੌਟ ਵਿਜ਼ਿਟ ਕੀਤੀ। ਸੇਰਾ ਪਿੰਡ ਇੱਕ ਰਾਜਪੁਰੇ ਦਾ, ਇੱਕ ਅਚਾਨਕ ਪਿੰਡ ਮਾਨਸਾ ਦਾ, ਇੱਕ ਨੌਜਵਾਨ ਲਵਪ੍ਰੀਤ ਸਿੰਘ ਸੀਗਾ ਕੈਥਲ ਪਿੰਡ ਦਾ, ਉਸ ਪਿੰਡ ਦਾ ਮੈਂ ਨਾਮ ਭੁੱਲ ਰਿਹਾ, ਬਿਲਕੁਲ ਹਰਿਆਣੇ ਦੇ ਬਾਰਡਰ ਤੇ ਸੀਗਾ, ਸਮਾਣੇ ਦੇ ਬਿਲਕੁਲ ਨਾਲ ਹੀ। ਤੇ ਇੱਕ ਮੁੰਡਾ ਸੀ ਮਜੀਠੇ ਦਾ ਤੇ ਇੱਕ ਮੁੰਡਾ ਸੀਗਾ ਨਵਾਂ ਸ਼ਹਿਰ ਦਾ। ਅਸੀਂ ਜਦੋਂ ਇਹਨਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ, ਅੱਤ ਦੇ ਗਰੀਬ ਲੋਕ ਸੀਗੇ। ਜਿਹੜਾ ਸੇਰਾ ਪਿੰਡ ਦਾ ਨੌਜਵਾਨ ਸੀਗਾ ਉਹ ਇੱਕ ਕੰਬਾਈਨ ਹਾਰਵੈਸਟਰ ਤੇ ਦਿਹਾੜੀਆਂ ਕਰਦਾ ਸੀਗਾ। ਪਿੰਡ ਵਾਲਿਆਂ ਨੇ, ਪੰਚਾਇਤ ਨੇ, ਸਰਪੰਚ, ਹਲੇ ਵੀ ਮੇਰੀ ਗੱਲ ਸੁਣਦਾ ਦੇਖਦਾ ਹੀ ਹੋਣਾ,
ਪਿੰਡ ਵਾਲਿਆਂ ਨੇ ਕਿਹਾ ਸੀ, ਪਿੰਡ ਗਏ ਮੌਕੇ ਤੋਂ, ਉਹਨੇ ਕਿਹਾ ਜੀ ਸਾਡੀ ਹਾਜ਼ਰੀ 'ਚ ਪਟਿਆਲਾ ਸਦਰ ਦੀ ਪੁਲਿਸ ਸਟੇਸ਼ਨ ਲੈ ਕੇ ਗਈ ਕਿ ਸਾਨੂੰ ਨੌਜਵਾਨ ਚਾਹੀਦਾ ਸੀ ਜੋ ਪੁੱਛਗਿੱਛ ਕਰਨੀ ਹੈ, ਤੇ 3 ਦਿਨ ਬਾਅਦ ਪੜਿਆ ਕਿ ਉਹਦੀ ਗ੍ਰਿਫਤਾਰੀ ਕਿਸੇ ਨਾਕੇ ਤੋਂ ਦਿਖਾ ਦਿੱਤੀ। ਸੇਮ ਵਾਸ ਦ ਕੇਸ ਵਿਦ ਅਚਾਨਕ ਬॉय, ਜਿਹੜਾ ਅਚਾਨਕ ਦਾ ਮੁੰਡਾ ਸੀਗਾ ਉਹ ਤਾਂ ਇੰਨਾ ਗਰੀਬ ਜਿਹਾ ਸੀਗਾ, ਦਿਹਾੜੀਦਾਰ, ਉਹ ਪਿੰਡ ਦੇ, ਉਹ ਸਿਗਰਟਾਂ ਵੀ ਪੀਂਦਾ ਸੀਗਾ। ਸਿਗਰਟਾਂ ਪੀਣ ਵਾਲਾ ਇੱਕ ਗਰੀਬ ਦਿਹਾੜੀਦਾਰ ਕਿੱਥੋਂ ਖਾਲਿਸਤਾਨ ਦਾ ਮੋਡਿਊਲ ਹੋ ਸਕਦਾ, ਜੋ ਆਪਾਂ ਲਾ ਦਿੱਤੀ ਉਹਦੇ ਤੇ ਵੀ। ਇਸੇ ਤਰ੍ਹਾਂ ਹੀ ਮਜੀਠੇ ਵਾਲਾ ਤੇ ਇਸੇ ਤਰ੍ਹਾਂ ਨਵਾਂ ਸ਼ਹਿਰ ਵਾਲਾ, ਤੇ ਜਿਹੜਾ ਲਵਪ੍ਰੀਤ ਸੀਗਾ ਉਹਦੇ ਤੇ ਡਬਲ ਯੂਆਪਾ ਸੀ। ਇੱਕ ਯੂਆਪਾ ਦਿੱਲੀ ਪੁਲਿਸ ਨੇ ਲਾਈ ਸੀਗੀ ਤੇ ਇੱਕ ਯੂਆਪਾ ਸਦਰ ਪੁਲਿਸ ਸਟੇਸ਼ਨ ਨੇ ਇੱਥੇ ਲਾ ਦਿੱਤੀ ਸੀ। ਖੈਰ ਅਸੀਂ ਉਹਦੇ ਚ ਐਫਰਟ ਕਰਕੇ ਵੀ ਮੈਨੇਜ ਟੂ ਪੁੱਟ ਇਨ ਸਮ ਲਾਇਰਸ। ਉਹਨਾਂ ਗਰੀਬਾਂ ਦੀ ਦੇਖੋ ਜ਼ਮਾਨਤ ਦੇਣ ਵਾਲਾ ਵਕੀਲ ਵੀ ਖੜਾ ਨਹੀਂ ਹੋ ਸਕਦਾ ਸੀਗਾ, ਅਸੀਂ ਉਹਨਾਂ ਨੂੰ ਆਪਣੀ ਉਸ ਜੇਲ੍ਹ ਚੋਂ ਮੈਂ ਕਢਵਾਇਆ। ਤਾਜ਼ੇ ਹਾਲਾਤਾਂ 'ਚ ਤੁਸੀਂ ਦੇਖੋ, ਪੰਜਾਬ ਪੁਲਿਸ ਦੀ ਵਰਕਿੰਗ ਦੇਖੋ ਕਿ ਇੱਕ ਪਾਸੇ ਪੰਜਾਬ ਲਾਅ ਐਂਡ ਆਰਡਰ ਕ੍ਰਾਈਸਿਸ 'ਚ 60 ਦੇ ਕਰੀਬ ਪੰਜਾਬ ਦੇ ਵਿੱਚ ਕਤਲ ਹੋ ਗਏ ਨੇ, ਤੇ ਸਾਡੀ ਪੁਲਿਸ ਬੱਗੇ ਨੂੰ ਚੱਕਣ ਗਈ ਹੋਈ ਆ ਦਿੱਲੀ, ਜਿਹੜਾ ਕਿ ਸਰਾਸਰ ਬੇਲੋੜਾ ਵੇਸਟ ਆਫ ਪੁਲਿਸ એનર્ਜੀ। ਔਰ ਪੁਲਿਸ ਵਾਲਿਆਂ ਤੇ ਦਿੱਲੀ ਵਾਲਿਆਂ ਨੇ ਕਿਡਨੈਪਿੰਗ ਤੇ ਅਬਡਕਸ਼ਨ ਦੇ FIR ਦਰਜ ਕਰਕੇ ਉਹਨਾਂ ਦਾ ਖੇੜਾ ਨਹੀਂ ਛੁੱਟਣਾ, ਉਹਨਾਂ ਪੁਲਿਸ ਆਫਸਰ ਦਾ ਕੈਰੀਅਰ ਖਰਾਬ ਕਰਾਇਆ ਵਾ। ਇਹਦੇ ਕਰਕੇ ਕਿ ਕੇਜਰੀਵਾਲ ਦੀ ਹੋਮੇ ਨੂੰ ਪੱਠੇ ਪਾਉਣੇ ਸੀਗੇ ਕਿ ਕੇਜਰੀਵਾਲ ਦੇ ਖਿਲਾਫ ਬੱਗਾ ਬੋਲ ਰਿਹਾ ਸੀ, ਅਲਕਾ ਲਾਂਬਾ ਬੋਲ ਰਹੀ ਸੀ, ਕੁਮਾਰ ਵਿਸ਼ਵਾਸ ਬੋਲ ਰਿਹਾ, ਦਿੱਲੀ ਦੇ ਰਹਿਣ ਵਾਲੇ, ਬੋਲਣ ਵਾਲੇ, ਦਿੱਲੀ ਦਾ ਉਹ ਮੁੱਖ ਮੰਤਰੀ। ਤੇ ਕੀ ਇਹਨੂੰ ਬੈਟਰ ਨਹੀਂ ਸੀ ਕਿ ਇੰਸਟੈਡ ਆਫ ਮਿਸਯੂਜ਼ਿੰਗ ਪੰਜਾਬ ਪੁਲਿਸ ਫॉर ਪਰਸਨਲ ਐਂਡਸ, Kejriwal should have lodged a complaint with the cyber police in Delhi. He could have lodged a criminal complaint with the local courts in Delhi. He could have approached the Honorable High Court of Delhi. He could have gone to the Supreme Court of India. ਉਹ ਸਾਰਾ ਕੁਝ ਛੱਡ ਕੇ ਪੰਜਾਬ ਦੀ ਪੁਲਿਸ ਨੂੰ ਕਹਿ ਕੇ ਕਿ ਮੈਂ ਇਹ ਲੋਕ ਮੇਰੇ ਖਿਲਾਫ ਬੋਲਦੇ ਸੀ, ਸਿਰਫ ਬੋਲਣ ਦੇ ਕਾਰਨ ਉਹਨਾਂ ਤੇ ਕ੍ਰਿਮੀਨਲ ਕੇਸਸ ਸਲੈਪ ਕਰਕੇ ਤੇ ਪੁਲਿਸ ਦਗੜ ਕਰਦੀ ਉੱਥੇ ਪਹੁੰਚ ਗਈ ਬੱਗੇ 'ਚ, ਔਰ ਸਾਡੇ ਸਾਰਿਆਂ ਦੀ ਪੰਜਾਬ ਦੀ ਬੇਇੱਜ਼ਤੀ ਕਰਾਈ। ਪੁਲਿਸ ਤੇ ਪਰਚਾ ਕਰਾਇਆ, ਆਪਣੀ ਬੇਇੱਜ਼ਤੀ ਕਰਾਈ, ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਹਨੂੰ ਸੰਭਾਲ ਨਹੀਂ ਸਕ ਰਹੇ। ਇੱਕ ਹੁਣੇ ਤਾਜ਼ਾ ਮਾਮਲਾ ਰਾਜਸਥਾਨ 'ਚ ਹੋਇਆ ਵਾ, ਹੁਸ਼ਿਆਰਪੁਰ ਪੁਲਿਸ ਨੇ ਫਲਾਣੇ ਨਾਕੇ ਤੋਂ ਇਸ ਹਰਨੂਰ ਸਿੰਘ ਦੀ ਅਸੀਂ ਗ੍ਰਿਫਤਾਰੀ ਕੀਤੀ, ਪਤਾ ਨਹੀਂ ਕਿੰਨਾ NDPS ਦਾ ਮਾਲ ਮਿਲਿਆ ਵਾ। ਉਹਦੇ ਪੇਰੈਂਟਸ ਨੇ ਆਣ ਕੇ ਹੈਬੀਅਸ ਕਾਰਪਸ ਪਾਈ, ਪਹਿਲਾਂ ਦਾ ਪਰਚਾ ਉੱਥੇ ਦਰਜ ਕਰਾਇਆ ਪੰਜਾਬ ਪੁਲਿਸ ਵਾਲਿਆਂ ਦੇ ਉੱਤੇ, ਉਹਨਾਂ ਦੇ ਵੀ FIR ਦਰਜ ਹੋਈ ਹੁਸ਼ਿਆਰਪੁਰ ਪੁਲਿਸ ਤੇ ਹਾਈ ਕੋਰਟ ਨੇ ਸਾਰੀਆਂ ਪ੍ਰੋਸੀਡਿੰਗਸ NDPS ਕੋਰਟ ਦੀਆਂ 20 ਦਿਨਾਂ ਚਲਾਨ ਪੇਸ਼ ਕਰਤਾ। ਸੋ ਵਾਟ ਆਈ ਵਾਂਟ ਟੂ ਸੇ ਇਜ਼ ਕਿ ਸਾਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਪੰਜਾਬ ਤਾਂ ਹਮੇਸ਼ਾ ਦੇਸ਼ ਦੀ ਲੜਾਈ ਵਿੱਚ ਸਭ ਤੋਂ ਅੱਗੇ ਰਿਹਾ ਵਾ, ਤੇ ਵਾਏ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਕਿਉਂ ਪਹਿਲਾਂ ਟਾਰਗੇਟ ਤੇ ਲਿਆਂਦਾ ਜਾਂਦਾ। ਇਹਨਾਂ ਸਾਰੇ ਜਿਹੜੇ ਮਸਲੇ ਹੋਏ ਨੇ, ਖਾਸ ਤੌਰ ਤੇ 2 ਜਿਹੜੇ ਮਸਲੇ, ਇਹਦੇ ਤੇ ਅਸਲ ਵਿੱਚ ਪੰਜਾਬ ਸਰਕਾਰ ਨੂੰ ਪ੍ਰੋਪਰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਵਾ। ਇਹ ਨਹੀਂ ਕਿ ਸਾਨੂੰ ਖੁਫੀਆ ਸੋਰਸਸ ਤੋਂ ਇਤਲਾਹ ਮਿਲੀ, ਤੁਹਾਨੂੰ ਸਾਰੇ ਖੁਫੀਆ ਸੋਰਸਸ ਦਾ ਪਤਾ ਨਾ ਕਿ ਕਿਹੜੀਆਂ ਖੁਫੀਆ ਸੋਰਸਸ ਹੁੰਦੇ ਨੇ। ਹੁਣ ਸਿਕਿਉਰਿਟੀ ਦਾ ਇਸ਼ੂ ਆਮ ਜਸਟ ਥੋੜਾ ਸਾਈਡ ਤੇ ਹੋ ਰਿਹਾ, ਪਰ ਅਗਰ ਤੁਸੀਂ ਸਮਝਦੇ ਕਿ ਬੇਲੋੜੀਆਂ ਨੇ ਤੇ ਤੁਸੀਂ ਸਿਕਿਉਰਿਟੀ ਘਟਾਈ ਆ, ਅਸੀਂ ਤੁਹਾਡੀ ਗੱਲ ਦਾ ਅਸੀਂ ਸਵਾਗਤ ਕਰਦੇ, ਪਰ ਭਗਵੰਤ ਮਾਨ ਦੀ ਭੈਣ ਨੂੰ ਸਿਕਿਉਰਿਟੀ ਦੇਣ ਦਾ ਕੀ ਰਾਈਟ ਹੈ ਜੀ? 2 ਜਿਪਸੀ ਉਹਨਾਂ ਨੂੰ ਟਾਰਗੇਟ ਕਰਕੇ ਸੁਣਿਆ ਦਿੱਤਾ ਜਾਂਦਾ ਸਾਰੇ ਪੰਜਾਬ ਦੇ ਵਿੱਚ ਕਿ ਖਬਰਦਾਰ ਜੇ ਪੰਜਾਬ ਦੇ ਵਿੱਚ ਕਿਸੇ ਨੇ ਕੋਈ ਸਿਰ ਚੱਕਣ ਦੀ ਕੋਸ਼ਿਸ਼ ਕੀਤੀ। ਇਹ ਸਿਰ ਦਬਾਉਣ ਦੀ ਰਾਜਨੀਤੀ ਜਿਹੜੀ ਅੰਗਰੇਜ਼ਾਂ ਵੇਲੇ ਤੋਂ ਚੱਲਦੀ ਹੋਈ ਪੰਜਾਬ ਦੇ ਨਾਲ ਤੇ ਮੁਗਲਾਂ ਦੇ ਵੇਲੇ ਤੋਂ ਚੱਲਦੀ ਆਈ ਆ ਤੇ ਪਿਛਲੀਆਂ ਸਰਕਾਰਾਂ ਨੇ ਵੀ ਕੀਤੀ ਹੋਵੇਗੀ, ਇਹ ਸਰਾਸਰ ਗਲਤ ਆ। ਸੋ ਮੈਂ ਇੱਕ ਤਾਂ ਮੈਂ ਕਹਿਣਾ ਚਾਹੁੰਦਾ ਕਿ ਨੈਕਸਟ 2-3 ਦਿਨ ਵਿੱਚ ਅਸੀਂ DGP ਕੋਲ ਅਪਰੋਚ ਕਰਾਂਗੇ ਸਾਰੇ ਜਾਣੇ। ਉਮੀਦ ਕਰਦੇ ਕਿ DGP ਅਕਸਰ DGP ਹੈ, he should not be biased। ਮੈਂ ਕਿਸੇ ਕਮਿਊਨਿਟੀ, ਕਿਸੇ ਵਰਗ ਦੇ ਕਿਸੇ ਬਿਲਕੁਲ ਖਿਲਾਫ ਨਹੀਂ ਗਾ, ਯਕੀਨ ਜਾਣਨਾ ਤੁਸੀਂ। ਮੈਂ ਇਹ ਕਹਿ ਰਿਹਾ ਕਿ ਇਹ ਇੱਕ ਤਰਫਾ ਟਾਰਗੇਟ ਕਰਕੇ ਲੋਕਾਂ ਨੂੰ, ਉਹਨਾਂ ਦੀ ਨਸਲਕੁਸ਼ੀ ਨਾ ਕੀਤੀ ਜਾਵੇ। ਅਸੀਂ ਉਹਨਾਂ ਨੂੰ ਵੀ ਮਿਲਾਂਗੇ, ਜੇ ਉਹਨਾਂ ਨੇ ਇਨਸਾਫ ਦੇ ਦਿੱਤਾ ਠੀਕ ਆ। ਇਹਨਾਂ ਨੇ ਰਮਨਦੀਪ ਕੌਰ ਉਹਨਾਂ ਨੇ SSP ਕਪੂਰਥਲਾ ਦੇ ਕੋਲ ਇੱਕ ਜਾਂਚ ਮੰਗੀ ਆ, ਜਿਹੜਾ ਬਲਜਿੰਦਰ ਸਿੰਘ ਪਰਵਾਨਾ ਨੂੰ ਲੇਟੈਸਟ ਉਸ ਮਰਡਰ ਉਹ ਜਿਹੜਾ ਪਿੰਡ ਸੀਗਾ ਸਾਡਾ ਨਿਜ਼ਾਮਪੁਰ ਕਤਲकांड ਵਿੱਚ ਇਨਵੋਲਵ ਕੀਤਾ ਵਾ, ਅਸੀਂ ਉਹਦੀ ਵੀ ਜਾਂਚ ਮੰਗੀ ਆ। ਮੈਂ ਉਮੀਦ ਕਰਦਾ ਵਾਂ ਕਿ ਸਾਡਾ SSP ਕਪੂਰਥਲਾ ਇਨਸਾਫ ਦੇਣਗੇ, ਵਰਨਾ ਸਾਨੂੰ ਮਜਬੂਰਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਪੂਰਥਲੇ ਦੇ SSP ਦੇ ਦਫ਼ਤਰ ਦੇ ਮੂਹਰੇ ਧਰਨਾ ਮਾਰਾਂਗੇ ਜੇ ਇਹਨਾਂ ਨੇ ਇਨਸਾਫ ਨਾ ਕੀਤਾ। ਜੇ ਫਿਰ ਵੀ ਨਾ ਇਨਸਾਫ ਕੀਤਾ ਫਿਰ ਇੱਕ ਸਟੇਟ ਪੱਧਰ ਦਾ ਧਰਨਾ ਮਾਰਾਂਗੇ, ਚੰਡੀਗੜ੍ਹ ਜਾਂ ਮੋਹਾਲੀ ਜਾਂ ਜਿੱਥੇ ਵੀ ਸਲਾਹ ਮਸ਼ਵਰਾ ਕਰਕੇ ਸਾਰੀਆਂ ਜਥੇਬੰਦੀਆਂ ਕਹਿਣਗੀਆਂ। ਅਸੀਂ ਕਿਸੇ ਤਰ੍ਹਾਂ ਦੇ ਮਾਹੌਲ ਨੂੰ ਵਿਸ਼ੇਸ਼ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਵਰਗ ਕਿਸੇ ਧਰਮ ਦੇ ਬਿਲਕੁਲ ਖਿਲਾਫ ਨਹੀਂ ਗਾ, ਅਸੀਂ ਤਾਂ ਆਪਣੀ ਪ੍ਰੋਟੈਕਸ਼ਨ ਚਾਹੁੰਦੇ ਤੇ ਸਿਰਫ ਪੰਜਾਬ ਦੇ ਹਾਲਾਤਾਂ ਨੂੰ ਤੇ ਲਾਅ ਐਂਡ ਆਰਡਰ ਨੂੰ ਆਧਾਰ ਬਣਾ ਕੇ ਤੇ ਲਾਅ ਐਂਡ ਆਰਡਰ ਦੇ ਮੋਢੇ ਤੇ ਰੱਖ ਕੇ ਸਾਡੇ ਜਿਹੜੇ ਨੌਜਵਾਨ ਨੇ, ਸਾਡੇ ਜਿਹੜੇ ਬੱਚੇ ਨੇ, ਉਹਨਾਂ ਨੂੰ ਤੰਗ ਪਰੇਸ਼ਾਨ, ਟੌਰਚਰ, ਵਿਕਟਮਾਈਜ਼
ਨਾ ਕੀਤਾ ਜਾਵੇ। ਇਹੀ ਮੰਗ ਮੈਂ ਭਗਵੰਤ ਸਿੰਘ ਮਾਨ ਤੋਂ ਕਰਦਾ। ਚਲੋ ਪਹਿਲਾਂ ਤਾਂ ਲੋਕ ਤੁਸੀਂ ਕਹਿੰਦੇ ਸੁਣਦੇ ਨਹੀਂ ਸੀਗੇ, ਤੁਸੀਂ ਹੁਣ ਦੱਸੋ ਤੁਸੀਂ ਸੁਣੋਗੇ? ਤੁਸੀਂ ਤਾਂ ਪਿੰਡਾਂ ਦੇ ਨਾਲੇ ਕਹਿੰਦੇ ਅਸੀਂ ਸੱਥਾਂ ਤੋਂ ਉੱਠ ਕੇ ਆਏ ਆ, ਅਸੀਂ ਆਮ ਆਦਮੀ ਆ, ਅਸੀਂ ਤਾਂ ਪਿੰਡਾਂ 'ਚ ਪੈਂਚਰ ਲਾਉਣ ਵਾਲਿਆਂ ਨਾਲ ਬਹਿੰਦੇ ਆ, ਅਸੀਂ ਰੇਹੜੀਆਂ ਵਾਲੇ ਦੇ ਨਾਲ ਰਹਿੰਦੇ ਆ, ਤੇ ਸਭ ਕੁਝ ਜਾਣਨ ਤੋਂ ਬਾਅਦ ਵੀ ਤੁਸੀਂ ਅਗਰ ਇੱਕ ਤਰਫਾ ਰਵੱਈਆ ਰੱਖੋਗੇ ਤੇ ਲੋਕਾਂ ਨੂੰ ਇੱਦਾਂ ਵਿਕਟਮਾਈਜ਼ ਕਰੋਗੇ, ਇੱਕ ਇੱਕ ਬੰਦੇ ਨੂੰ ਮਲਟੀਪਲ ਪਰਚਿਆਂ ਵਿੱਚ ਦਰਜ ਕਰੋਗੇ, ਇਹਦਾ ਮਤਲਬ ਤੁਸੀਂ ਆਪ ਹਾਰਡ